ਪ੍ਰੀਮੀਅਰ ਜੌਨ ਹੌਰਗਨ ਬੜੇ ਧਾਕੜ ਅੰਦਾਜ਼ ਦੇ ਵਿੱਚ ਨਜ਼ਰ ਆਏ। ਉਹ ਕਹਿੰਦੇ ਫੈਡਰਲ ਸਰਕਾਰ ਤਾਂ ਮੀਡੀਆ ਰਾਹੀਂ ਨੈਗੋਸ਼ੀਏਟ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਮੈਨੂੰ ਇਸ ਗੱਲ ਦਾ ਆਸ਼ਵਾਸਨ ਦਿੱਤਾ ਸੀ ਕਿ ਉਹ ਕੋਈ ਨਾ ਕੋਈ ਕਦਮ ਚੁੱਕਣਗੇ ਵੀ ਇੱਕ ਵਾਰ ਕੋਵਿਡ-19 ਨੂੰ ਠੱਲ ਪੈ ਜਾਏ। ਕਹਿੰਦੇ ਉਸ ਤੋਂ ਬਾਅਦ ਮੁੜ ਕੇ ਕਹਿੰਦੇ ਉਹਨਾਂ ਨੇ ਕੋਈ ਬਾਤ ਹੀ ਨਹੀਂ ਪੁੱਛੀ। ਹੁਣ ਜਿਸ ਹਿਸਾਬ ਦੀ ਤਲਖੀ ਬਣ ਗਈ ਲੱਗਦੀ ਹੈ, ਇਹਦਾ ਅਸਰ ਕਿਤੇ ਬਾਕੀ ਦੇ ਪ੍ਰੋਜੈਕਟਸ ਦੇ ਉੱਪਰ ਤੇ ਨਹੀਂ ਪੈ ਜਾਏਗਾ ਫੰਡਿੰਗ ਤੇ। ਜਦੋਂ ਤੁਸੀਂ ਫੈਡਰਲ ਮਿਨਿਸਟਰਸ ਦੀ ਗੱਲ ਸੁਣਦੇ ਹੋ ਤੁਹਾਨੂੰ ਉਹ ਗੱਲ ਵਾਜਬ ਲੱਗਦੀ ਹੈ। ਜਦੋਂ ਤੁਸੀਂ ਪ੍ਰੀਮੀਅਰਸ ਦੀ ਜੇ ਤੁਸੀਂ ਕੱਲ ਪ੍ਰੈਸ ਕਾਨਫਰੰਸ ਉਹ ਸੁਣ ਲੈਂਦੇ ਤੇ ਬ੍ਰੇਨ ਵਾਸ਼ ਹੋ ਜਾਂਦਾ। ਪਿਛਲੇ ਸਾਲ ਕਹਿੰਦੇ $20 ਬਿਲੀਅਨ ਸੂਬਿਆਂ ਨੇ ਐਕਸਟਰਾ ਇਕੱਠਾ ਕੀਤਾ ਉਹਨਾਂ ਟੈਕਸ ਕ੍ਰੈਡਿਟਸ ਦੇ ਸਿਰ ਤੇ। ਸਿੱਧਾ ਕਹਿੰਦੇ ਐਕਸਪੈਕਟ ਕਰੋ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਤੁਹਾਡੀ ਮੀਟਿੰਗ ਚ ਆਉਣ। ਕਹਿੰਦੇ ਇਹ ਗੱਲ ਠੀਕ ਨਹੀਂ। ਕਹਿੰਦੇ ਜੇ ਸੂਬਿਆਂ ਦੇ ਸਾਰੇ ਆਗੂ ਆ ਕੇ ਬੈਠ ਸਕਦੇ ਨੇ ਤੇ ਫੈਡਰਲ ਸਰਕਾਰ ਦਾ ਆਗੂ ਸਾਡੇ ਨਾਲ ਆ ਕੇ ਕਿਉਂ ਨਹੀਂ ਬੈਠ ਸਕਦਾ। ਕੈਨੇਡਾ ਦੇ ਵਿੱਚ $200 ਬਿਲੀਅਨ ਹਰ ਸਾਲ ਹੈਲਥ ਕੇਅਰ ਤੇ ਖਰਚਿਆ ਜਾਂਦਾ। ਕੱਲ ਇਹ ਗੱਲ ਫਰਾਂਸਵਾ ਲਗੋ ਨੇ ਆਖੀ, ਕਹਿੰਦੇ $200 ਬਿਲੀਅਨ ਲੱਗਦਾ ਟੋਟਲ। ਇਹ ਇੱਕ ਪੋਲੀਟੀਕਲ ਇਸ਼ੂ ਬਣੇ ਚਲੋ ਕੋਈ ਗੱਲ ਨਹੀਂ, ਪਰ ਇਹ ਈਗੋ ਦਾ ਇਸ਼ੂ ਨਾ ਬਣ ਜਾਏ। ਵਾਸੇ ਜੀ ਕੱਲ ਜਿਹੜੀ ਕਾਉਂਸਲ ਆਫ ਦੀ ਫੈਡਰੇਸ਼ਨ ਦੀ ਮੀਟਿੰਗ 2 ਦਿਨਾਂ ਦੀ ਮੀਟਿੰਗ ਸੀ ਵਿਕਟੋਰੀਆ ਦੇ ਵਿੱਚ ਜੀ। ਸਾਰੇ ਸੂਬਿਆਂ ਦੇ ਪ੍ਰੀਮੀਅਰਸ ਤੇ ਟੈਰੀਟਰੀਜ਼ ਦੇ ਪ੍ਰੀਮੀਅਰਸ ਵਿਕਟੋਰੀਆ 'ਚ ਇਕੱਠੇ ਹੋਏ ਸੀ। ਪ੍ਰੀਮੀਅਰ ਜੌਨ ਹੌਰਗਨ ਨੇ ਉਹਨਾਂ ਨੂੰ ਹੋਸਟ ਕੀਤਾ ਸੀ। ਉਮੀਦਾਂ ਬੜੀਆਂ ਸੀ ਇਸ ਮੀਟਿੰਗ ਤੋਂ ਕਿ ਹੈਲਥ ਕੇਅਰ ਕ੍ਰਾਈਸਿਸ ਇਸ ਵੇਲੇ ਬਣਿਆ ਹੋਇਆ ਤੇ ਫੈਡਰਲ ਸਰਕਾਰ ਆਪਣੇ ਵੱਲੋਂ ਹੁਣ ਫੰਡਿੰਗ ਦੇ ਵਿੱਚ ਵਾਧਾ ਕਰੇਗੀ, ਕੈਨੇਡਾ ਹੈਲਥ ਟਰਾਂਸਫਰਸ ਦੇ ਵਿੱਚ ਇਜ਼ਾਫਾ ਹੋਏਗਾ ਤੇ ਉਹ 22% 35% ਵਾਲੀ ਗੱਲ ਮਲਟੀਪਲ ਟਾਈਮਸ ਹੋ ਚੁੱਕੀ ਆ। ਬੇਸਿਕਲੀ ਸੂਬਿਆਂ ਦੀ ਡਿਮਾਂਡ ਇਹ ਸੀ ਕਿ ਫੈਡਰਲ ਸਰਕਾਰ ਹਰ ਸਾਲ ਹੈਲਥ ਕੇਅਰ ਟਰਾਂਸਫਰਸ ਦੇ ਵਿੱਚ $28 ਬਿਲੀਅਨ ਦਾ ਵਾਧਾ ਕਰੇ ਹੋਰ ਜ਼ਿਆਦਾ, ਤੇ ਉਹਦੇ ਵਿੱਚੋਂ BC ਦੇ ਹਿੱਸੇ ਆਉਣੇ ਸੀ ਤਕਰੀਬਨ $4 ਬਿਲੀਅਨ। ਪਰ ਫੈਡਰਲ ਸਰਕਾਰ ਨੇ ਕੋਈ ਹੱਥ ਪੱਲਾ ਫੜਾਇਆ ਨਹੀਂ। ਇਹਨਾਂ 2 ਦਿਨਾਂ ਦੀ ਮੀਟਿੰਗਸ ਦੇ ਵਿੱਚੋਂ ਜੋ ਉਮੀਦ ਸੀ ਕਿ ਕੁਝ ਪੋਜ਼ੀਟਿਵ ਰਿਜ਼ਲਟ ਨਿਕਲ ਸਕਦਾ ਉਹ ਨਿਕਲਿਆ ਨਹੀਂ। ਸਗੋਂ ਕੱਲ ਜਦੋਂ ਮੀਟਿੰਗ ਰੈਪ ਅਪ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ, ਪ੍ਰੀਮੀਅਰ ਜੌਨ ਹੌਰਗਨ ਬੜੇ ਧਾਕੜ ਅੰਦਾਜ਼ ਦੇ ਵਿੱਚ ਨਜ਼ਰ ਆਏ। ਉਹ ਕਹਿੰਦੇ ਫੈਡਰਲ ਸਰਕਾਰ ਤਾਂ ਮੀਡੀਆ ਰਾਹੀਂ ਨੈਗੋਸ਼ੀਏਟ ਕਰ ਰਹੀ ਹੈ। ਅਸੀਂ ਕਹਿ ਰਹੇ ਹਾਂ ਆ ਕੇ ਸਾਡੇ ਨਾਲ ਬਹਿ ਕੇ ਗੱਲ ਕਰੋ। ਦਸੰਬਰ ਤੋਂ ਕਹਿੰਦੇ ਮੈਂ ਚਿੱਠੀ ਲਿਖ ਕੇ ਭੇਜੀ, ਕੋਈ ਜਵਾਬ ਨਹੀਂ ਆਇਆ। ਅਸੀਂ ਕਹਿੰਦੇ ਇੱਕ ਏਜੰਡਾ ਵੀ ਬਣਾ ਕੇ ਭੇਜਤਾ ਸੀ ਵੀ ਟਾਕਿੰਗ ਪੁਆਇੰਟਸ ਕੀ ਹੋ ਸਕਦੇ ਨੇ, ਕਹਿੰਦੇ ਉੱਤੇ ਵੀ ਕੋਈ ਜਵਾਬ ਨਹੀਂ ਆਇਆ। ਇਸ ਗੱਲ ਤੇ ਆ ਕੇ ਅੜ ਗਏ ਨੇ ਕਿ ਸਪੈਸੀਫਿਕਸ ਦੱਸੋ ਤੁਸੀਂ ਖਰਚੇ ਕਿੱਥੇ ਕਰਨੇ ਨੇ। ਕਹਿੰਦੇ ਸਾਰੇ ਸੂਬੇ ਸਪੈਸੀਫਿਕਸ ਤਾਂ ਦੱਸ ਨਹੀਂ ਸਕਦੇ, ਸਭ ਦੀਆਂ ਜ਼ਰੂਰਤਾਂ ਵੱਖਰੀਆਂ ਨੇ। ਉਹ ਕਹਿੰਦੇ ਵੀ 24 ਮਹੀਨਿਆਂ ਪਹਿਲਾਂ ਤੱਕ ਕੋਵਿਡ-19 ਦੀ ਸ਼ੁਰੂਆਤ ਤੋਂ ਪਹਿਲਾਂ ਕਹਿੰਦੇ ਸਾਡੀ ਗੱਲਬਾਤ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਵਿਜ਼ਾਵੀ ਜਿਹੜੀਆਂ ਕੈਨੇਡਾ ਹੈਲਥ ਟਰਾਂਸਫਰਸ, ਉਹਦੇ ਵਿੱਚ ਫੈਡਰਲ ਸਰਕਾਰ ਦਾ ਜਿਹੜਾ ਸ਼ੇਅਰ ਆ ਵਧੇ। ਤੇ ਕਹਿੰਦੇ ਈਵਨ ਕਹਿੰਦੇ ਨਵੰਬਰ ਦਸੰਬਰ ਤੱਕ ਵੀ ਕਹਿੰਦੇ ਜਦੋਂ ਮੈਂ ਰੇਡੀਏਸ਼ਨ ਥੈਰੇਪੀ ਜਦੋਂ ਉਹਨਾਂ ਨੇ ਕੈਂਸਰ ਟ੍ਰੀਟਮੈਂਟ ਕਰਵਾਇਆ ਉਸ ਤੋਂ ਬਾਅਦ ਕਹਿੰਦੇ ਮੈਂ ਬਹੁਤ ਵਲਨਰੇਬਲ ਸਟੇਟ ਦੇ ਵਿੱਚ ਸੀਗਾ। ਜਦੋਂ ਕਹਿੰਦੇ ਮੇਰੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਈ, ਬੜੀ ਕੈਂਡਿਡ ਕਨਵਰਸੇਸ਼ਨ ਹੋਈ, ਬਹੁਤ ਕਹਿੰਦੇ ਬਿਨਾਂ ਕਿਸੇ ਉਚੇਚ ਦੇ ਗੱਲਬਾਤ ਕੀਤੀ। ਤੇ ਕਹਿੰਦੇ ਉਹਦੇ ਵਿੱਚ ਪ੍ਰਧਾਨ ਮੰਤਰੀ ਨੇ ਮੈਨੂੰ ਇਸ ਗੱਲ ਦਾ ਆਸ਼ਵਾਸਨ ਦਿੱਤਾ ਸੀ ਕਿ ਉਹ ਕੋਈ ਨਾ ਕੋਈ ਕਦਮ ਚੁੱਕਣਗੇ ਵੀ ਇੱਕ ਵਾਰ ਕੋਵਿਡ-19 ਨੂੰ ਠੱਲ ਪੈ ਜਾਏ। ਕਹਿੰਦੇ ਉਸ ਤੋਂ ਬਾਅਦ ਮੁੜ ਕੇ ਕਹਿੰਦੇ ਉਹਨਾਂ ਨੇ ਕੋਈ ਬਾਤ ਹੀ ਨਹੀਂ ਪੁੱਛੀ। ਕਹਿੰਦੇ 1-2 ਵਾਰ ਕਹਿੰਦੇ ਬਸ ਮੈਸੇਜ ਈਮੇਲ ਐਕਸਚੇਂਜ ਹੋਈ ਹੈ, ਉਸ ਤੋਂ ਜ਼ਿਆਦਾ ਕਹਿੰਦੇ ਕੋਈ ਉਹਦੇ ਤੇ ਕਾਰਵਾਈ ਹੋਈ ਨਹੀਂ। ਤੇ ਕਹਿੰਦੇ ਉਦੋਂ ਤਾਂ ਯਾਰ ਬੜੀਆਂ ਵਧੀਆ ਸਾਡੇ 'ਚ ਆਪਸ 'ਚ ਗੱਲਾਂ ਹੁੰਦੀਆਂ ਸੀ। ਵੇਅਰ ਡਿਡ ਆਲ ਦ ਲਵ ਗੋ, ਕਹਿੰਦੇ ਵੀ ਉਹ ਸਾਡੀ ਪਿਆਰ ਮੁਹੱਬਤ ਕਿੱਥੇ ਗਈ। ਅੱਛਾ ਵਾਸੂ ਜੀ, ਸਪੈਸੀਫਿਕਲੀ BC ਦੇ ਪ੍ਰੀਮੀਅਰ ਤੇ ਪ੍ਰਧਾਨ ਮੰਤਰੀ ਜੌਨ ਹੌਰਗਨ ਵਿਚਕਾਰ ਤਾਲਮੇਲ ਵੇਖੀਏ ਤਾਂ ਬਹੁਤ ਸਾਰੇ ਅਜਿਹੇ ਮੇਜਰ ਪ੍ਰੋਜੈਕਟਸ ਨੇ ਜਿਨ੍ਹਾਂ ਦੇ ਵਿੱਚ ਫੈਡਰਲ ਸਰਕਾਰ ਨੇ ਸਾਥ ਦਿੱਤਾ ਵੀ ਆ। ਹੁਣ ਸਰੀ ਲੈਂਗਲੀ ਸਕਾਈ ਟ੍ਰੇਨ ਦੀ ਐਕਸਟੈਂਸ਼ਨ ਵਾਸਤੇ ਪ੍ਰਧਾਨ ਮੰਤਰੀ ਆਪ ਇੱਥੇ ਆ ਕੇ ਫੰਡਿੰਗ ਦੀ ਅਨਾਊਂਸਮੈਂਟ ਕਰ ਗਏ ਸੀ। ਹੁਣ ਜਿਸ ਹਿਸਾਬ ਦੀ ਤਲਖੀ ਬਣ ਗਈ ਲੱਗਦੀ ਹੈ, ਇਹਦਾ ਅਸਰ ਕਿਤੇ ਬਾਕੀ ਦੇ ਪ੍ਰੋਜੈਕਟਸ ਦੇ ਉੱਪਰ ਤੇ ਨਹੀਂ ਪੈ ਜਾਏਗਾ ਫੰਡਿੰਗ ਤੇ। ਪ੍ਰੀਮੀਅਰ ਨੂੰ ਪਤਾ ਕਿ ਉਹਨਾਂ ਨੇ ਹੁਣ 2-4 ਮਹੀਨੇ ਹੀ ਹੋਰ ਪ੍ਰੀਮੀਅਰ ਰਹਿਣਾ ਜੀ, ਉਸ ਤੋਂ ਬਾਅਦ ਕੋਈ ਨਵਾਂ ਪ੍ਰੀਮੀਅਰ ਬਣੇਗਾ। ਮੋਸਟ ਲਾਈਕਲੀ ਡੇਵਿਡ ਈਬੀ ਦਾ ਨਾਮ ਆ ਰਿਹਾ ਜੀ। ਸੋ ਕਿ ਉਹਨਾਂ ਡੇਵਿਡ ਈਬੀ ਵਾਸਤੇ ਸਿਰਦਰਦੀ ਬਣ ਸਕਦਾ। ਇਹ ਬਹੁਤ ਇੱਕ ਰੈਲੇਵੈਂਟ ਸਵਾਲ ਹੈ। ਪ੍ਰੀਮੀਅਰ ਨੂੰ ਤਾਂ ਇਸ ਵੇਲੇ ਫ੍ਰੀ ਹਿੱਟ ਮਿਲੀ ਹੋਈ ਹੈ, ਜਿਵੇਂ ਨੋ ਬਾਲ। ਹਾਂ, ਨੋ ਬਾਲ ਨਾ ਮੈਚ 'ਚ ਹੁੰਦਾ ਫ੍ਰੀ ਹਿੱਟ ਹੈ, ਜੇ ਆਊਟ ਵੀ ਨਹੀਂ ਹੋਣਾ ਤੁਸੀਂ ਇੱਥੇ ਜੋ ਮਰਜ਼ੀ ਸ਼ਾਟ ਖੇਡੋ, ਮਾਰੋ ਛੱਕੇ। ਸੋ ਇਸ ਵੇਲੇ ਉਸ ਸਿਚੁਏਸ਼ਨ ਬਣੀ ਹੋਈ ਆ। ਵਾਸੂ ਜੇ ਗੱਲ ਕਰੀਏ, ਅੱਛਾ ਇਹਦੇ ਵਿੱਚ ਵੱਖੋ ਵੱਖਰੇ ਜਿਹੜੇ ਮਿਨਿਸਟਰਸ ਨੇ ਫੈਡਰਲ, ਉਹਨਾਂ ਨੇ ਆਪੋ ਆਪਣੇ ਬਿਆਨ ਮੀਡੀਆ ਰਾਹੀਂ ਦਿੱਤੇ। ਅਸੀਂ ਪਰਸੋਂ ਵੀ ਗੱਲ ਸਾਂਝੀ ਕੀਤੀ ਸੀ, ਸ਼ਾਮ ਵਾਲੇ ਸ਼ੋਅ 'ਚ ਵੀ, ਫਿਰ ਕੱਲ ਅਸੀਂ ਇਹੀ ਗੱਲ ਸਵੇਰ ਵਾਲੇ ਸ਼ੋਅ 'ਚ ਵੀ ਇਹ ਗੱਲ ਕੀਤੀ ਸੀ ਕਿਉਂਕਿ ਇਹ ਇੰਪੋਰਟੈਂਟ ਆ। ਫੈਡਰਲ ਸਰਕਾਰ ਦਾ ਇਹ ਕਹਿਣਾ ਕਿ 1977 ਦੇ ਵਿੱਚ 1977 ਦੇ ਵਿੱਚ ਟੈਕਸੇਸ਼ਨ ਰੂਲਸ ਦੇ ਵਿੱਚ ਪਾਲਿਸੀ ਦੇ ਵਿੱਚ ਕੁਝ ਚੇਂਜਸ ਕੀਤੀਆਂ ਗਈਆਂ ਸੀ, ਜਿਹਦਾ ਮਤਲਬ ਇਹ ਸੀ ਕਿ ਸੂਬੇ ਆਪਣੇ ਪੱਧਰ ਤੇ ਜ਼ਿਆਦਾ ਟੈਕਸ ਵਸੂਲ ਸਕਦੇ ਸੀ। ਕੁਝ ਹੈਲਥ ਸਰਵਿਸਿਜ਼ ਸੀਗੀਆਂ ਜਿਨ੍ਹਾਂ ਵਾਸਤੇ ਟੈਕਸ ਇਕੱਠਾ ਕਰਨਗੇ ਸੂਬੇ ਇੰਸਟੈਡ ਆਫ ਦਾ ਫੈਡਰਲ ਸਰਕਾਰ। ਸੋ ਉਹਨਾਂ ਨੂੰ ਬੇਸਿਕਲੀ ਪਰਸਨਲ ਇਨਕਮ ਟੈਕਸ ਤੇ ਕਾਰਪੋਰੇਟ ਇਨਕਮ ਟੈਕਸ ਜ਼ਿਆਦਾ ਕਲੈਕਟ ਕਰਨ ਦਾ ਇਖਤਿਆਰ ਦੇ ਦਿੱਤਾ ਗਿਆ ਸੀ, ਜਿਹਦਾ ਮਤਲਬ ਇਹ ਸੀ ਕਿ ਫੈਡਰਲ ਸਰਕਾਰ ਦਾ ਰੈਵਨਿਊ ਉਨਾ ਹੀ ਘਟ ਗਿਆ। ਹੁਣ ਉਹਦੇ ਵਿੱਚੋਂ ਕੱਲ ਇਹ ਗੱਲ ਸਾਹਮਣੇ ਆਈ, ਡੋਮਿਨਿਕ ਲੈਬਲੌਂਕ ਨੇ ਇਹ ਗੱਲ ਕਹੀ ਇੱਕ ਮੀਟਿੰਗ ਦੇ ਵਿੱਚ, ਨਹੀਂ ਇਹ ਗੱਲ ਜੌਨ ਈਵ ਡੂਕਲੋ ਨੇ ਕਹੀ ਆ। ਕਹਿੰਦੇ ਵੀ ਪਿਛਲੇ ਸਾਲ ਜੇ ਤੁਸੀਂ ਦੇਖਦੇ ਹੋ 2021-2022 ਵਾਲਾ ਜਿਹੜਾ ਵਿੱਤੀ ਵਰ੍ਹਾ ਸੀ, ਜਿਹੜਾ ਹੁਣ 31 ਮਾਰਚ ਨੂੰ ਖਤਮ ਹੋਇਆ, ਕਹਿੰਦੇ $20 ਬਿਲੀਅਨ ਸੂਬਿਆਂ ਨੇ ਐਕਸਟਰਾ ਇਕੱਠਾ ਕੀਤਾ ਉਹਨਾਂ ਟੈਕਸ ਕ੍ਰੈਡਿਟਸ ਦੇ ਸਿਰ ਤੇ। ਕਹਿੰਦੇ $28 ਬਿਲੀਅਨ ਇਹ ਮੰਗਦੇ ਨੇ ਹੋਰ, ਕਹਿੰਦੇ ਪਰ ਉਹ $20 ਬਿਲੀਅਨ ਕਿਉਂ ਨਹੀਂ ਫੈਕਟਰ ਇਨ ਕਰਦੇ।
ਇਸ ਗੱਲ ਬਾਰੇ ਜਦੋਂ ਕੱਲ ਪ੍ਰੀਮੀਅਰਸ ਨੂੰ ਪੁੱਛਿਆ ਗਿਆ ਤਾਂ ਪ੍ਰੀਮੀਅਰ ਜੌਨ ਹੌਰਗਨ ਦਾ ਕਹਿਣਾ ਸੀ, ਕਹਿੰਦੇ ਵੀ ਅਸੀਂ ਹੁਣ ਟੈਲੀਵਿਜ਼ਨ ਪ੍ਰੋਗਰਾਮਸ ਰਾਹੀਂ ਤੇ ਆਪਣੇ ਮਸਲੇ ਨੂੰ ਸੁਲਝਾਉਣਾ ਨਹੀਂ, ਪਰ ਉਹਨਾਂ ਨੇ ਇਸ ਗੱਲ ਨੂੰ ਰਿਫਿਊਟ ਨਹੀਂ ਕੀਤਾ, ਕਿਸੇ ਵੀ ਪ੍ਰੀਮੀਅਰ ਨੇ ਰਿਫਿਊਟ ਨਹੀਂ ਕੀਤਾ। ਤੇ ਸਪੈਸੀਫਿਕਲੀ ਇਹ ਦੇਖੋ, ਇਹ ਗੱਲ ਹੋਈ ਸੀ ਪਰਸੋਂ ਜੀ। ਕੱਲ ਇੱਕ ਹੋਰ ਨਵੀਂ ਗੱਲ ਕਰ ਗਏ ਜੌਨ ਡੁਕਲੋ ਆ ਕੇ, ਉਹ ਵੀ ਉਸੇ ਹੀ CBC ਦਾ ਇੱਕ TV ਪ੍ਰੋਗਰਾਮ ਹੈ, ਉਹਦੇ ਵਿੱਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ ਸੀ। ਤੇ ਕੱਲ ਵੀ ਉਹਨਾਂ ਨੇ ਫਿਰ ਇਸੇ ਤਰ੍ਹਾਂ ਦੀ ਇੱਕ ਨਵੀਂ ਗੱਲ ਕੀਤੀ। ਉਹ ਕਹਿੰਦੇ ਵੀ ਜਿਹੜੀ ਕੋਈ ਇਸ ਤਰ੍ਹਾਂ ਦੀ ਨੈਗੋਸੀਏਸ਼ਨ ਹੋਣੀ ਹੈ ਵੀ ਕਿਹੜੀਆਂ ਚੀਜ਼ਾਂ ਵਾਸਤੇ ਖਰਚਾ ਦੇਣਾ ਤੁਹਾਨੂੰ ਵੱਧ, ਕਿੰਨਾ ਚੀਜ਼ਾਂ ਤੇ ਖਰਚਾ ਹੋਏਗਾ, ਕਿੰਨਾ ਖਰਚਾ ਵੱਧ ਦੇਣਾ, ਕਹਿੰਦੇ ਉਹ ਜਿਹੜੀ ਸਾਰੀ ਲਿਖਤ ਪੜਤ ਹੈ, ਕਹਿੰਦੇ ਉਹ ਹੈਲਥ ਮਿਨਿਸਟਰਸ ਦੇ ਵਿਚਕਾਰ ਹੋਣੀ ਚਾਹੀਦੀ ਹੈ। ਕਹਿੰਦੇ ਫੈਡਰਲ ਸਰਕਾਰ ਵੱਲੋਂ ਮੈਂ ਆਵਾਂ ਜੌਨ ਡੁਕਲੋ, ਤੇ ਕਹਿੰਦੇ ਵੀ ਜਿਹੜੇ ਸੂਬਿਆਂ ਦੇ ਹੈਲਥ ਮਿਨਿਸਟਰਸ ਨੇ ਉਹ ਆ ਜਾਣ, ਕਹਿੰਦੇ ਇਕੱਠੇ ਬਹਿ ਕੇ ਆਪਾਂ ਵਿਚਾਰ ਕਰ ਲੈਂਦੇ ਆ ਵੀ ਤੁਸੀਂ ਸਿੱਧਾ ਕਹਿੰਦੇ ਐਕਸਪੈਕਟ ਕਰੋ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਤੁਹਾਡੀ ਮੀਟਿੰਗ 'ਚ ਆਉਣ। ਕਹਿੰਦੇ ਇਹ ਗੱਲ ਠੀਕ ਨਹੀਂ। ਇਸ ਗੱਲ ਤੋਂ ਬੜੇ ਖਫਾ ਹੋਏ ਸਾਰੇ ਹੀ ਪ੍ਰੀਮੀਅਰਸ ਦਾ ਕਹਿਣਾ ਸੀ ਵੀ ਇਹ ਤਾਂ ਸਾਡੀ ਇਨਸਲਟ ਹੋਈ। ਕਹਿੰਦੇ ਅਸੀਂ 13 ਦੇ 13 ਪ੍ਰੀਮੀਅਰਸ ਇੱਥੇ ਆ ਕੇ ਬੈਠੇ ਆ, ਅਸੀਂ ਬਾਰ-ਬਾਰ ਰਿਕੁਐਸਟ ਕਰ ਰਹੇ ਹਾਂ ਵੀ ਫੈਡਰਲ ਸਰਕਾਰ ਦੇ ਜਿਹੜੇ ਆਗੂ ਨੇ, ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ, ਵੀ ਉਹ ਸਾਡੇ ਨਾਲ ਆ ਕੇ ਬੈਠਣ। ਕਹਿੰਦੇ ਜੇ ਸੂਬਿਆਂ ਦੇ ਸਾਰੇ ਆਗੂ ਆ ਕੇ ਬੈਠ ਸਕਦੇ ਨੇ ਤੇ ਫੈਡਰਲ ਸਰਕਾਰ ਦਾ ਆਗੂ ਸਾਡੇ ਨਾਲ ਆ ਕੇ ਕਿਉਂ ਨਹੀਂ ਬੈਠ ਸਕਦਾ। ਕਹਿੰਦੇ ਅਸੀਂ ਬਰਾਬਰ ਦੇ ਸਰਕਾਰਾਂ ਆ, ਕਹਿੰਦੇ ਅਸੀਂ ਕੋਈ ਨਿਚਲੇ ਪੱਧਰ ਦੀਆਂ, ਕੋਈ ਹੇਠਲੇ ਪੱਧਰ ਦੀ ਸਰਕਾਰ ਨਹੀਂ ਹੈਗੀ। ਹਾਂ, ਸੋ ਬੇਸਿਕਲੀ ਉਹਨਾਂ ਦਾ ਮਕਸਦ ਇਹ ਸੀ ਵੀ ਤੁਸੀਂ ਸਾਡੀ ਹਾਈ ਕਮਾਂਡ ਨਹੀਂ ਹੈਗੇ, ਸੋ ਵੀ ਆਰ ਕੋ-ਗਵਰਨਰਸ, ਇਹ ਗੱਲ ਉਹਨਾਂ ਨੇ ਆਖੀ। ਬਸ ਅੱਛਾ, ਇੱਕ ਗੱਲ ਹੈ ਜਿਹੜੀ ਫੈਡਰਲ ਸਰਕਾਰ ਦਾ ਕੀ ਖਦਸ਼ਾ, ਕਹਿੰਦੇ ਜੇ ਅਸੀਂ ਪੈਸੇ ਵਧਾਤੇ, ਫੰਡਿੰਗ ਵਧਾਤੀ, ਕਿਤੇ ਇੱਦਾਂ ਨਾ ਹੋਵੇ ਕਿ ਪ੍ਰੋਵਿੰਸ਼ੀਅਲ ਸਰਕਾਰਾਂ ਫਿਰ ਜਿਹੜੇ ਆਪ ਪੈਸੇ ਖਰਚ ਰਹੀਆਂ ਨੇ ਇਸ ਵੇਲੇ ਹੈਲਥ ਕੇਅਰ ਦੇ ਵਿੱਚ, ਕਹਿੰਦੇ ਉਹ ਉਹਨਾਂ ਪੈਸਿਆਂ ਨੂੰ ਕਿਤੇ ਹੋਰ ਪਾਸੇ ਨਾ ਬਾਈਫਰਕੇਟ ਕਰ ਲੈਣ, ਕਿਸੇ ਹੋਰ ਅਜਿਹੇ ਪੋਲਿਸੀ ਇਸ਼ੂ ਦੇ ਵਿੱਚ ਨਾ ਲਗਾ ਲੈਣ ਜਿੱਥੇ ਉਹਨਾਂ ਦੀ ਆਪਣੀ ਉਹਨਾਂ ਨੂੰ ਪੋਲੀਟੀਕਲ ਬੈਨੀਫਿਟ ਹੁੰਦਾ, ਵੀ ਫਿਰ ਕਰਜ਼ਾ ਤੇ ਖਰਚਾ ਵੱਧ ਜਾਣਾ ਫੈਡਰਲ ਸਰਕਾਰ ਦਾ, ਉਹਦੀ ਜਵਾਬਦੇਹੀ ਸਾਡੇ ਸਿਰ ਹੋਣੀ ਆ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਪੱਲਾ ਝਾੜ ਕੇ ਪਾਸੇ ਹੋਣਾ। ਕੱਲ ਵਿਜੇ ਇਸ ਬਾਰੇ ਓਪਨ ਲਾਈਨ ਸੈਗਮੈਂਟ ਕੀਤਾ ਸੀ ਸ਼ਾਮ ਵਾਲੀ ਸੋਚ, ਤੇ ਉਹਦੇ ਵਿੱਚ ਇੱਕ ਲਿਸਨਰ ਨੇ ਆ ਕੇ ਹੀ ਗੱਲ ਕਹੀ, ਕਹਿੰਦੇ ਵੀ ਪਹਿਲਾਂ ਤਾਂ MSP ਮਾਫ ਕਰਤਾ ਸੀ ਸਰਕਾਰ ਨੇ, ਤੇ ਕਹਿੰਦੇ ਵੀ ਹੁਣ ਕਹਿੰਦੇ ਵੀ ਪੈਸੇ ਨਹੀਂ ਹੈਗੇ ਤੇ ਖਰਚੇ ਪੂਰੇ ਕਰਨ ਵਾਸਤੇ ਕਹਿੰਦੇ ਹੁਣ ਸਰਕਾਰ ਫੈਡਰਲ ਸਰਕਾਰ ਤੋਂ ਪੈਸੇ ਮੰਗ ਰਹੀ ਹੈ। ਸੋ ਇਹੀ ਗੱਲ ਫੈਡਰਲ ਸਰਕਾਰ ਕਹਿੰਦੀ ਹੈ, ਕਹਿੰਦੇ ਵੀ ਤੁਸੀਂ ਆਪਣੇ ਬਜਟ ਬੈਲੈਂਸ ਕਰ ਲੈਣੇ ਨੇ, ਤੁਸੀਂ ਆਪਣੇ ਖਰਚੇ ਘਟਾ ਲੈਣੇ ਨੇ, ਤੇ ਕਹਿੰਦੇ ਵੀ ਫੈਡਰਲ ਸਰਕਾਰ ਦੇ ਖਰਚੇ ਵੱਧ ਜਾਣਗੇ, ਇਹ ਗੱਲ ਵਾਜਬ ਨਹੀਂ। ਤੇ ਜੇ ਅਸੀਂ ਤੁਹਾਨੂੰ ਖੁੱਲੇ ਰਸਤੇ ਕਹਿੰਦੇ ਤੁਹਾਨੂੰ ਪੈਸੇ ਦੇ ਦਿੱਤੇ ਬਿਨਾਂ ਵਿਦਆਊਟ ਐਨੀ ਸਟ੍ਰਿੰਗਸ ਅਟੈਚਡ, ਤੇ ਕਹਿੰਦੇ ਫਿਰ ਤਾਂ ਤੁਸੀਂ ਫ੍ਰੀਬੀਜ਼ ਦੇਣ ਲੱਗ ਪਾਓਗੇ। BC ਵਾਲਿਆਂ ਨੇ ਕੋਵਿਡ-19 ਦੌਰਾਨ $1000 ਵੰਡਿਆ, ਕੁਬੈਕ ਵਾਲਿਆਂ ਨੇ $500 ਵੰਡਿਆ ਰੀਸੈਂਟਲੀ, ਤੇ ਕਹਿੰਦੇ ਵੀ ਇਹ ਤਾਂ ਫਿਰ ਤੁਸੀਂ ਫ੍ਰੀਬੀਜ਼ ਵੰਡਣ ਲੱਗ ਪਾਓਗੇ। ਸੋ ਫੈਡਰਲ ਸਰਕਾਰ ਨੂੰ ਇਹ ਡਰ ਹੈ, ਤੇ ਇਹ ਗੱਲ ਵਿਜੇ ਦੇਖੋ ਇਹਦੇ ਵਿੱਚ ਇਹ ਗੱਲ ਵਾਜਬ ਵੀ ਲੱਗਦੀ ਹੈ ਫੈਡਰਲ ਸਰਕਾਰ ਦੀ ਗੱਲ। ਇਹਦੇ 'ਚ ਇਹ ਹੈ, ਇੰਨਾ ਪੇਚੀਦਾ ਮਸਲਾ ਬਣ ਗਿਆ ਜਿਹੜਾ ਬਣਨਾ ਨਹੀਂ ਸੀ ਚਾਹੀਦਾ, ਕਿ ਜਦੋਂ ਤੁਸੀਂ ਫੈਡਰਲ ਮਿਨਿਸਟਰਸ ਦੀ ਗੱਲ ਸੁਣਦੇ ਹੋ ਤੁਹਾਨੂੰ ਉਹ ਗੱਲ ਵਾਜਬ ਲੱਗਦੀ ਆ, ਜਦੋਂ ਤੁਸੀਂ ਪ੍ਰੀਮੀਅਰਸ ਦੀ ਜੇ ਤੁਸੀਂ ਕੱਲ ਪ੍ਰੈਸ ਕਾਨਫਰੰਸ ਉਹ ਸੁਣ ਲੈਂਦੇ, ਤੁਸੀਂ ਤਾਂ ਸੁਣੀ ਹੈ, ਸਾਡੇ ਲਿਸਨਰਸ ਵੀ ਸੁਣ ਲੈਂਦੇ, ਤੇ ਬ੍ਰੇਨ ਵਾਸ਼ ਹੋ ਜਾਂਦਾ ਕਿ ਉਹ ਲੱਗਦਾ ਯਾਰ ਇੰਨੀਆਂ ਕਨਵਿੰਸਿੰਗ ਆਰਗੂਮੈਂਟਸ, ਇਹਨਾਂ ਦਾ ਤਾਂ ਧੱਕਾ ਹੋ ਰਿਹਾ ਸੂਬਿਆਂ ਦੇ ਨਾਲ। ਤੇ ਇਹਦੇ ਵਿੱਚ ਪਰ ਸੂਬਿਆਂ ਦੀ ਜਿਹੜੀ ਗੱਲ ਹੈ ਉਹ ਥੋੜੀ ਨਜਾਇਜ਼ ਵੀ ਲੱਗਦੀ ਆ। ਤੁਸੀਂ ਪੈਸੇ ਮੰਗ ਰਹੇ ਹੋ, ਤੁਸੀਂ ਦੱਸ ਰਹੇ ਨਹੀਂ ਵੀ ਤੁਹਾਨੂੰ ਕਿੰਨੇ ਐਗਜ਼ੈਕਟਲੀ ਚਾਹੀਦੇ ਨੇ ਪੈਸੇ, ਕਿੱਥੇ ਖਰਚ ਕਰੋਗੇ, ਉਹ ਤੁਸੀਂ 35% ਹੀ ਕਿਉਂ ਕਹਿ ਰਹੇ ਹੋ, ਉਹ 32% ਨਹੀਂ, 37% ਨਹੀਂ, ਉਹਦਾ ਪਿੱਛੇ ਲੌਜਿਕ ਕੀ ਹੈ, ਉਹ ਕਿੱਥੇ ਖਰਚ ਕਰੋਗੇ। ਹੁਣ ਜੇ ਤੁਹਾਨੂੰ ਕੋਈ ਪੈਸੇ ਦੇ ਰਿਹਾ ਤੇ ਉਹ ਐਟਲੀਸਟ ਇਹ ਤਾਂ ਐਕਸਪੈਕਟ ਕਰੇਗਾ ਨਾ ਵੀ ਮੈਨੂੰ ਦੱਸੋ ਖਰਚ ਕਿੱਥੇ ਕਰਨੇ ਨੇ, ਤੇ ਉੱਥੇ ਫੈਡਰਲ ਸਰਕਾਰ ਦੀ ਗੱਲ ਵਾਜਬ ਲੱਗਦੀ ਹੈ। ਇੱਥੇ ਸਿਚੁਏਸ਼ਨ ਦੇਖੋ ਕੀ ਬਣੀ ਹੋਈ ਹੈ, ਕੈਨੇਡਾ ਦੇ ਵਿੱਚ $200 ਬਿਲੀਅਨ ਹਰ ਸਾਲ ਹੈਲਥ ਕੇਅਰ ਤੇ ਖਰਚਿਆ ਜਾਂਦਾ। ਕੱਲ ਇਹ ਗੱਲ ਫਰਾਂਸਵਾ ਲਗੋ ਨੇ ਆਖੀ, ਕਹਿੰਦੇ $200 ਬਿਲੀਅਨ ਲੱਗਦਾ ਟੋਟਲ। ਕਹਿੰਦੇ ਇਹਦੇ ਵਿੱਚੋਂ ਹੁਣ ਤੁਸੀਂ ਦੇਖੋ ਜੇ ਅਸੀਂ BC ਦੇ ਹੈਲਥ ਕੇਅਰ ਦਾ ਬਜਟ ਵੇਖੀਏ ਨਾ ਪਿਛਲੇ ਸਾਲ, ਇਸ ਸਾਲ ਦਾ ਕਰੰਟ ਈਅਰ ਦਾ $25 ਬਿਲੀਅਨ, 25.5 ਬਿਲੀਅਨ। ਅਗਲੇ ਸਾਲ ਇਹ 26.2 ਬਿਲੀਅਨ ਹੋ ਜਾਣਾ, 2024-25 ਦੇ ਵਿੱਚ ਇਹ ਵੱਧ ਕੇ 27 ਬਿਲੀਅਨ ਹੋ ਜਾਣਾ। ਜਿਹੜੇ $28 ਬਿਲੀਅਨ ਦੀ ਐਕਸਟਰਾ ਡਿਮਾਂਡ ਕੀਤੀ ਜਾ ਰਹੀ ਹੈ ਫੈਡਰਲ ਸਰਕਾਰ ਤੋਂ, ਉਹਦੇ ਨਾਲ BC ਨੂੰ ਤਕਰੀਬਨ $4 ਬਿਲੀਅਨ ਐਕਸਟਰਾ ਮਿਲਣੇ ਨੇ। ਇਸ ਵੇਲੇ ਜਿੰਨੀਆਂ ਸਮੱਸਿਆਵਾਂ ਬਣੀਆਂ ਹੋਈਆਂ ਨੇ, ਜੋ ਹਾਲਾਤ ਬਣੇ ਹੋਏ ਨੇ, ਕਿ $4 ਬਿਲੀਅਨ ਇਜ਼ ਮੋਰ ਮਨੀ ਦੀ ਆਂਸਰ। ਜਦੋਂ ਇਹ ਗੱਲ ਆਉਂਦੀ ਹੈ ਤਾਂ ਪ੍ਰੀਮੀਅਰ ਦਾ ਇਹ ਕਹਿਣਾ ਕਿ ਉਹਨਾਂ ਪੈਸਿਆਂ ਦੇ ਨਾਲ ਸਾਨੂੰ ਤੇ ਇਹ ਆ ਕਿ ਅਸੀਂ ਜ਼ਿਆਦਾ ਐਜੂਕੇਸ਼ਨਲ ਸਪੇਸਿਸ ਖੋਲ੍ਹ ਸਕੀਏ, ਜ਼ਿਆਦਾ ਸਟਾਫ ਲੌਂਗ ਟਰਮ ਪਲੈਨਿੰਗ ਕਰ ਸਕੀਏ, ਸਟਾਫ ਹਾਇਰ ਕਰ ਸਕੀਏ, ਉਸ ਹਿਸਾਬ ਨਾਲ ਅਸੀਂ ਦੇਖ ਸਕੀਏ ਕਿ ਅਸੀਂ ਕੀ ਸਟ੍ਰੈਟਜੀ ਇਖਤਿਆਰ ਕਰਨੀ ਆ। ਉਹਦੇ ਲਈ ਸਾਨੂੰ ਲੌਂਗ ਟਰਮ ਸਸਟੇਨਡ ਫੰਡਿੰਗ ਦੀ ਜ਼ਰੂਰਤ ਆ, ਸੋ ਦੈਟ ਉਹ ਫੈਸਲੇ ਲਏ ਜਾ ਸਕਣ। ਪਰ ਐਟ ਦੀ ਐਂਡ ਆਫ ਇਟ ਇਹ ਬਹੁਤ ਅਨਫੋਰਚੂਨੇਟ ਗੱਲ ਆ। ਅਸੀਂ ਕੱਲ੍ਹ ਵੀ ਵੈਸੋ ਗੱਲ ਕਰਦੇ ਸੀ, ਜਿਹੜਾ ਕੋਈ ਵਿਅਕਤੀ ਇਸ ਵੇਲੇ ਐਮਰਜੈਂਸੀ ਦੇ ਵਿੱਚ ਘੰਟਿਆਂ ਬੱਧੀ ਇੰਤਜ਼ਾਰ ਕਰਨ ਤੋਂ ਬਾਅਦ ਆ ਰਿਹਾ, ਜਿਹਨੂੰ ਇਸ ਵੇਲੇ ਕੋਈ ਤਕਲੀਫ ਹੈ, ਜਿਹਨੂੰ ਅੱਜ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ, ਉਹਨੂੰ ਅਪੋਇੰਟਮੈਂਟ ਮਿਲ ਰਹੀ ਹੈ 10 ਦਿਨ ਬਾਅਦ ਦੀ, ਜਿਹਨੂੰ ਸਕੈਨ ਅੱਜ ਕਰਾਉਣਾ ਅਪੋਇੰਟਮੈਂਟ ਮਿਲ ਰਹੀ ਹੈ 3 ਮਹੀਨੇ ਬਾਅਦ ਦੀ, ਉਹਨਾਂ ਵਾਸਤੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਣੀ। ਹੈਲਥ ਕੇਅਰ ਜਦੋਂ ਕ੍ਰਾਈਸਿਸ ਦੇ ਵਿੱਚ ਆ,
ਉਹ ਅਜਿਹਾ ਪੋਲੀਟੀਕਲ ਇਸ਼ੂ ਬਣ ਜਾਣਾ। ਇਟ ਇਜ਼ ਵੈਰੀ ਅਨਫੋਰਚੂਨੇਟ, ਪਰ ਇਹ ਸੋਲਵ ਕਿਵੇਂ ਹੋਣਾ ਇਹ ਦੇਖੋ। ਇੱਕ ਪੋਲੀਟੀਕਲ ਇਸ਼ੂ ਬਣੇ, ਚਲੋ ਕੋਈ ਗੱਲ ਨਹੀਂ, ਪੋਲੀਟੀਸ਼ੀਅਨਸ ਵਿਲ ਪਲੇ ਪੋਲਿਟਿਕਸ ਜੀ, ਪਰ ਇਹ ਈਗੋ ਦਾ ਇਸ਼ੂ ਨਾ ਬਣ ਜਾਏ। ਪਰ ਬਣ ਗਿਆ ਹੋਇਆ ਕਿਉਂਕਿ ਹੁਣ ਪ੍ਰੀਮੀਅਰਸ ਕਹਿ ਰਹੇ ਨੇ ਸਾਡੀ ਤੋਹੀਨ ਹੋਈ ਹੈ, ਸਾਡੀ ਇਨਸਲਟ ਹੋਈ ਹੈ, ਤੇ ਹੁਣ ਇਹਦੇ ਵਿੱਚ ਕੱਲ ਜੌਨ ਹਾਰਗਨ ਨੇ ਇਹ ਵੀ ਕਿਹਾ, ਕਹਿੰਦੇ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਡੋਮਿਨਿਕ ਲੈਬਲਾਂਕ, ਕਹਿੰਦੇ ਉਹਨਾਂ ਦਾ ਪੋਰਟਫੋਲੀਓ ਦਾ ਨਾਂ ਕਹਿੰਦੇ ਦੁਬਾਰਾ ਬੋਲੋ ਕੀ ਹੈ, ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ। ਕਹਿੰਦੇ ਵੀ 13 ਸਰਕਾਰਾਂ ਇੱਥੇ ਬੈਠੀਆਂ ਨੇ, 13 ਸਰਕਾਰਾਂ ਦੇ ਨੁਮਾਇੰਦੇ, ਉਹਨਾਂ ਦੇ ਲੀਡਰ ਇੱਥੇ ਬੈਠੇ ਨੇ, ਪ੍ਰੀਮੀਅਰਸ। ਕਹਿੰਦੇ ਵੀ ਉਹਨਾਂ ਦੀ ਜਿਹੜੀ ਟੂ ਡੂ ਲਿਸਟ ਦੇ ਵਿੱਚ ਇਸ ਤੋਂ ਜ਼ਿਆਦਾ ਪ੍ਰਾਇੋਰਟੀ ਵਾਲਾ, ਇਸ ਤੋਂ ਜ਼ਿਆਦਾ ਇੰਪੋਰਟੈਂਟ ਕੰਮ ਹੋਰ ਕਿਹੜਾ? ਹਾਂ, ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ, ਉਹਨਾਂ ਨੇ ਵੱਖੋ ਵੱਖਰੇ ਲੈਵਲਸ ਦੀਆਂ ਸਰਕਾਰਾਂ ਦੇ ਤਾਲਮੇਲ ਬਿਠਾਉਣਾ, ਐਂਡ ਉਹ ਲੀਜ਼ਨ ਅਫਸਰ ਨੇ ਇੱਕ ਤਰ੍ਹਾਂ ਦੇ ਨਾਲ ਮਿਨਿਸਟਰ। ਹੁਣ ਕੱਲ ਕਈ ਲਿਸਨਰਸ ਨੇ ਵੀ ਇਹੀ ਕਿਹਾ, ਕਾਲਰ ਜੋ ਫੋਨ ਕਰਕੇ ਕਹਿੰਦੇ ਵੀ ਇਹ ਪ੍ਰਧਾਨ ਮੰਤਰੀ ਨੂੰ ਚਾਹੀਦਾ ਇਹ ਗੱਲ ਸਮਝਣੀ ਕਿ ਵੀ ਕੈਨੇਡਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਲਥ ਕੇਅਰ ਆ, ਤੇ ਕਹਿੰਦੇ ਵੀ ਉਹਨਾਂ ਨੂੰ ਇਸ ਗੱਲ ਨੂੰ ਈਗੋ ਦਾ ਇਸ਼ੂ ਨਹੀਂ ਸੀ ਬਣਾਉਣਾ ਚਾਹੀਦਾ, ਇਸ ਮੀਟਿੰਗ 'ਚ ਆ ਜਾਣਾ ਚਾਹੀਦਾ ਸੀ, ਐਟਲੀਸਟ ਆ ਕੇ ਬੈਠ ਕੇ ਗੱਲਬਾਤ ਕਰਦੇ, ਗੱਲ ਸੁਣਦੇ ਕਿ ਪ੍ਰੀਮੀਅਰਸ ਕੀ ਕਹਿ ਰਹੇ ਨੇ। ਤੇ ਕਹਿੰਦੇ ਪ੍ਰੀਮੀਅਰਸ ਨੂੰ ਵੀ ਇਹਨੂੰ ਈਗੋ ਦਾ ਇਸ਼ੂ ਨਹੀਂ ਬਣਾਉਣਾ ਚਾਹੀਦਾ, ਵੀ ਜੇਕਰ ਹੈਲਥ ਮਿਨਿਸਟਰ ਆ ਕੇ ਗੱਲ ਕਰਨ ਲਈ ਤਿਆਰ ਨੇ ਜਾਂ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ, ਕਹਿੰਦੇ ਵੀ ਉਹਨਾਂ ਨਾਲ ਗੱਲ ਕਰ ਲਓ, ਵੀ ਇਹ ਈਗੋ ਨਾ ਬਣਾਓ ਵੀ ਪ੍ਰੀਮੀਅਰ ਵਿਲ ਓਨਲੀ ਟਾਕ ਟੂ ਦ ਪ੍ਰਾਈਮ ਮਿਨਿਸਟਰ।